ਉਹ ਵੀ ਮਿਲ ਜਾਂਦੀਆਂ ਹਨ। ਇਹਦੀ ਬਦੌਲਤ ਸਿਰਫ ਨਾਮ ਦੀ, ਜੋ ਵਾਹਿਗੁਰੂ ਪਰਮੇਸ਼ਵਰ ਦਾ ਨਾਮ ਹੈ ਨਾ, ਉਹ ਪਰਮਾਤਮਾ ਤੋਂ ਵੀ ਉੱਚਾ ਹੈ। ਕਿਸੇ ਨੇ ਪੁੱਛਣਾ ਕੀਤਾ ਸੀ ਕਿ ਰੱਬ ਤੋਂ ਵੀ ਵੱਡਾ ਕੋਈ ਹੈ, ਪਰਮਾਤਮਾ ਤੋਂ ਵੀ ਵੱਡਾ ਸੰਸਾਰ ਵਿੱਚ ਕੋਈ ਹੈ? ਉਹਦਾ ਜਵਾਬ ਮਿਲਿਆ, ਹਾਂ ਹੈ, ਹੈਗਾ। ਉਹ ਪਰਮੇਸ਼ਰ ਦਾ ਨਾਮ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉੱਚੇ ਉੱਪਰ ਉੱਚਾ ਨਾਮ ਜਪਜੀ ਸਾਹਿਬ ਵਿੱਚ ਆਉਂਦਾ, ਜੋ ਹਰ ਹਿਰਦੈ ਸਦਾ ਵਸਾਏ, ਬਿਨ ਸਤਿਗੁਰ ਨਾਉ ਨਾ ਪਾਈਏ, ਬੂਝੋ ਕਰ ਵਿਚਾਰ। ਨਾਉ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ, ਇਹ ਬੂਝ ਲਿੱਤਾ ਗਿਆ, ਇਹਦੀ ਵਿਚਾਰ ਹੋ ਚੁੱਕੀ ਹੋਏ ਕਿ ਗੁਰੂ ਕਿਰਪਾ ਬਿਨਾ ਨਾਮ ਨਹੀਂ ਮਿਲਦਾ। ਨਾਨਕ ਪੂਰਾ ਭਾਗ ਸਤਿਗੁਰ ਮਿਲੇ, ਸੁਖ ਪਾਏ ਜੁਗ ਚਾਰ। ਪੂਰੇ ਭਾਗਾਂ ਨਾਲ ਇਹ ਪ੍ਰਾਪਤੀ ਹੁੰਦਾ ਹੈ, ਫਿਰ ਸੁਖ ਪ੍ਰਾਪਤ ਹੁੰਦੇ ਨੇ। ਜਿਹੜੇ ਚਾਰੋਂ ਯੁਗ ਹੈ ਉਹਨਾਂ ਦੇ ਅੰਦਰ ਸੁਖ ਪ੍ਰਾਪਤ ਹੁੰਦੇ ਹਨ। ਮਹੱਲਾ ਤੀਜਾ। ਕਿਆ ਗੱਭਰੂ ਕਿਆ ਬਿਰਧ ਹੈ, ਮਨੁੱਖ ਤ੍ਰਿਸ਼ਨਾ ਭੁੱਖ ਨਾ ਜਾਏ। ਕਿਆ ਜਵਾਨ ਹੈ, ਗੱਭਰੂ ਕਹਿੰਦੇ ਜਵਾਨਾਂ ਨੂੰ। ਕਿਆ ਬਿਰਧ, ਬਿਰਧ ਕਹਿੰਦੇ ਹੈ ਬੁਢਾਪੇ ਨੂੰ। ਕਿ ਮਨੁੱਖ ਦੀ ਤ੍ਰਿਸ਼ਨਾ ਭੁੱਖ ਕਦੀ ਨਹੀਂ ਜਾਂਦੀ। ਤੇ ਜਿਹੜੇ ਗੁਰਮੁਖ ਹੁੰਦੇ ਹਨ, ਗੁਰਮੁਖ ਸ਼ਬਦ ਦੇ ਰਤਿਆ, ਸੀਤਲ ਹੋਏ ਆਪ ਗਵਾਏ। ਜਿਹੜੇ ਗੁਰਮੁਖ ਹੁੰਦੇ ਹਨ ਉਹ ਸ਼ਬਦ ਦੇ ਵਿੱਚ ਰਤੇ ਜਾਂਦੇ ਹਨ ਤੇ ਬੜੇ ਹੀ ਸ਼ੀਤਲ ਹੁੰਦੇ ਹਨ, ਠੰਡੇ ਸੁਭਾਅ ਦੇ ਹੁੰਦੇ ਹਨ। ਉਹ ਆਪਣਾ ਗਵਾ ਕੇ ਨਾ ਸੇਵਾ ਕਰਦੇ, ਬੜੇ ਸ਼ੀਤਲ ਠੰਡੇ ਗੁਰਮੁਖ, ਜਿਹੜੇ ਗੁਰੂ ਵੱਲਮੁਖ ਨੇ। ਅੰਦਰ ਤ੍ਰਿਪਤ ਸੰਤੋਖਿਆ, ਫਿਰ ਭੁੱਖ ਨਾ ਲੱਗਾ ਹੈ ਆਈ। ਅੰਦਰੋਂ ਫਿਰ ਜਿਹੜੀ ਤ੍ਰਿਪਤੀਆਂ ਭੁੱਖਾਂ ਸਾਰੀਆਂ ਦੂਰ ਹੋ ਜਾਂਦੀਆਂ। ਨਾਨਕ ਜੇ ਗੁਰਮੁਖ ਕਰੇ ਸੋ ਪ੍ਰਵਾਨ ਹੈ, ਜੋ ਨਾਮ ਰਹੇ ਲਿਵ ਲਾਏ। ਜਿਹੜੇ ਨਾਮ ਦੇ ਨਾਲ ਆਪਣੀ ਲਿਵ ਲਾਉਂਦੇ ਹਨ ਜੀ, ਆਪਣਾ ਗਵਾ ਕੇ ਵਾਹਿਗੁਰੂ ਅੱਖਰ ਬੋਲਦੇ ਹਨ। ਆਓ ਅਸੀਂ ਵੀ 5 ਵਾਰੀ ਪਹਿਲੇ ਵਾਹਿਗੁਰੂ ਬੋਲ ਦਈਏ ਤਾਂ ਕਿ ਵਾੜ ਲੱਗੀ ਰਵੇ ਸਿਮਰਨ ਦੀ। ਇਹ ਜਿਹੜੀ ਆਸ਼ੀਰਵਾਦ ਸੰਗਤ ਦਾ ਬਹੁਤ ਵੱਡਾ ਹੁੰਦਾ ਹੈ ਜੀ। ਇਹ 5 ਵਾਰੀ ਵਾਹਿਗੁਰੂ ਜ਼ਰੂਰ ਬੋਲਿਓ। ਵਾਹਿਗੁਰੂ 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 ਵਾਹਿਗੁਰੂ। ਆਓ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਲੋਕਾਂ ਦੀ ਕਥਾ, ਜਿਹੜੇ 45 ਸ਼ਲੋਕ ਕੱਲ ਸੰਪੂਰਨ ਹੋਏ ਸਨ। ਅਗਲਾ ਸ਼ਲੋਕ। ਤੀਰਥ ਬਰਤ ਅਰਦਾਨ ਕਰ, ਮਨ ਮੈਂ ਤਾਰਾ ਗੁਮਾਨ। ਪਰਮਾਤਮਾ ਦਾ ਭਜਨ ਛੱਡ ਕੇ ਮਨੁੱਖ ਤੀਰਥ ਇਸ਼ਨਾਨ ਕਰਕੇ, ਵਰਤ ਰੱਖ ਕੇ, ਘਰਾਂ ਵਿੱਚ ਵਰਤ ਵੀ ਰੱਖਦੇ ਹਨ, ਕਈ ਭੁੱਖੇ ਰਹਿੰਦੇ ਹਨ। ਦਾਨ ਪੁੰਨ ਕਰਕੇ ਆਪਣੇ ਮਨ ਵਿੱਚ ਹੰਕਾਰ ਕਰਦੇ ਹਨ ਕਿ ਮੈਂ ਕੀਤਾ ਹੈ। ਕਰ ਤੇ ਲੈਂਦੇ ਹਨ ਖੁਸ਼ੀ ਖੁਸ਼ੀ, ਅਖੀਰ ਵਿੱਚ ਦੁਨੀਆ ਨੂੰ ਦੱਸ ਦਿੰਦੇ ਹਨ ਕਿ ਮੈਂ ਏਦਾਂ ਕੀਤਾ ਹੈ। ਹੰਕਾਰ ਕਰਦੇ ਹਨ ਕਿ ਮੈਂ ਧਰਮੀ ਬਣ ਗਿਆ ਹਾਂ, ਮੈਂ ਬਹੁਤ ਜ਼ਿਆਦਾ ਪੁੰਨੀ ਦਾਨੀ ਹਾਂ। ਨਾਨਕ ਨੇ ਫੁੱਲ ਜਾਤ ਤੇ ਜਿਉ ਕੁੰਚਰ ਇਸ਼ਨਾਨ। ਪਰ ਹੇ ਨਾਨਕ, ਉਸਦੇ ਇਹ ਸਾਰੇ ਕੀਤੇ ਹੋਏ ਕਰਮ ਇਉਂ ਵਿਅਰਥ ਚਲੇ ਜਾਂਦੇ ਹਨ, ਜਿਵੇਂ ਹਾਥੀ ਦਾ ਕੀਤਾ ਹੋਇਆ ਇਸ਼ਨਾਨ ਵਿਅਰਥ ਹੁੰਦਾ। ਹਾਥੀ ਨਹਾ ਕੇ ਨਾ, ਮਿੱਟੀ ਜਿਹੜੀ ਸੁਆਹ ਹੈ ਨਾ, ਉਹ ਸੁੰਡ ਨਾਲ ਫੂਕ ਭਰਦਾ ਹੈ ਤੇ ਆਪਣੇ ਉੱਪਰ ਪਾ ਲੈਂਦਾ। ਆਖੋ ਸਤਨਾਮ ਸ਼੍ਰੀ। ਕਈ ਵਾਰ ਕਿਸੇ ਘਰ ਵਿੱਚ ਇਹ ਕਹਾਵਤ ਸੁਣੀ ਹੋਏਗੀ, ਕਹਿੰਦੇ ਤੇਰਾ ਨਹਾਇਆ ਤੇ ਹਾਥੀ ਦਾ ਇਸ਼ਨਾਨ। ਉਹ ਕਿਉਂ ਕਹਿੰਦੇ ਹਨ? ਕਿਉਂਕਿ ਹਾਥੀ ਸੁੰਡ ਨਾਲ ਨਹਾ ਧੋ ਕੇ ਫਿਰ ਮਿੱਟੀ ਪਾ ਲੈਂਦਾ ਹੈ, ਫਿਰ ਗੰਦਾ ਹੋ ਜਾਂਦਾ ਹੈ। ਉਹ ਇਸ਼ਨਾਨ ਇਸ ਤਰ੍ਹਾਂ ਹੈ।
वो जड़ा ऊपर तीरथ है, व्रत है, जे हंकार कर लिया तो हाथी वाला इशनान। सिर कंपियो पग डगमगे नैन जोत तेहीन। बुढ़ेपे की अवस्था दसी गई है। बुढ़ेपा आ जान ते ना मनुख का सिर कंबल लग पैंदा है, ਉਹਦੀ ਕੰਬਣੀ ਛੁੱਟਦੀ है ਅੰਮ੍ਰਿਤ ਵੇਲੇ ਇਸ਼ਨਾਨ ਕਰਨ ਨਾਲ, ਕੰਬਦਾ ਹੈ ਤੇ ਤੁਰਿਆਂ ਪੈਰ ਥਿੜਕਦੇ ਹਨ, ਫੜ ਫੜ ਕੇ ਸੋਟੀ ਦੇ ਸਹਾਰੇ, ਕਿਸੇ ਕੰਧ ਦੇ ਸਹਾਰੇ ਚੱਲਦਾ ਹੈ, ਪੈਰ ਥਿੜਕਦੇ ਹਨ। ਜਿਹੜੀ ਅੱਖਾਂ ਦੀ ਲਾਈਟ ਹੈ ਨਹੀਂ ਜੋਤ, ਉਹ ਘੱਟ ਜਾਂਦੀ ਹੈ, ਚਸ਼ਮਾ ਲੱਗਦਾ ਹੈ। ਮਤਲਬ ਇਸ ਅਵਸਥਾ ਨੂੰ ਸਭ ਨੂੰ ਝੇਲਣਾ ਹੈ ਜੀ। ये कोई कवे कोई किसी एक वास्ते नहीं है, ये मेरे ऊपर भी आनी है। हर किसी दे जिन्हें जन्म लिता है, जे उसकी उम्र लंबी है, उसनों इस अवस्था दे विचों गुजरना पेगा। ये कुदरत दा नेम है। कहो नानक ए बिद पई तौ न हर रस लीन। नानक जी आखदे हन कि बुढ़ेपे नाल शरीर दी ये हालत हो जाती है। फिर ये माया का मोह, जड़ा माया का मोह कल दसिया सी तुहानू, इतना प्रबल होंदा है जी कि मनुख परमात्मा दे नाम दे स्वाद विच मगन नहीं होंदा, कि उन्नू दुनिया की जड़ी माइक पदार्थ कहते हैं, माइक पदार्थ इन्हां विच गलतान रहिंदा है। उन्होंने कार अच्छी लगती है, AC अच्छे लगते हैं, खाना पीना होटल अच्छे लगते हैं, वो माइक पदार्थों के विच ही लुझ जाता है। ऐसा प्रभाव है माया का, क्योंकि सुख देंदी है ना, शरीरिक सुख सानू जिथे भी प्राप्त होएगा ना, असी बड़े खुश होंगे हैं, आह बड़ा आनंद आया। पर एक गल याद रखना, ये गल तुसी वर्त के देख लेना, अद्धे घंटे बाद तुसी खुद ही कहोगे उस वेले आनंद आया सी, हुण नहीं आ रहा। वो जड़ा आनंद है ना, वो कुछ समय का है, वध तो वध अद्धे घंटे का, 1 घंटे का। उसदे बाद फिर तुसी कहोगे वो सुख गया, क्योंकि वो सदैव रहने वाला है ही नहीं जी। वो सुख किधरों प्राप्त होएगा? हुण सतगुर अगे दसदे हन, निज कर देखियो जगत में को काहू को नाही। मैं जगत नू अपना समझ के ही हुण तक वेखदा रहा, मैं जगत विच ही गलतान रहा, मैं जगत नू अपना बना लिया, मेरी ये भुल है। पर इत्थे तां कोई किसे दा है ही नहीं, सदा लई अपना नहीं है। वो कुछ समय दे सुख हैं, शरीरिक सुख ला लो, रिश्तेदारी दे सुख ला लो, दोस्ती दे सुख ला लो, ये कुछ समय की गल्लां है। समा बीतन तो बाद वो सब इत्थे ही रह जाता है। नानक थिर हर भगत है, तै राखो मन माहे। सदा कायम रहने वाली थिर, हे नानक सदा कायम रहने वाली ता परमात्मा दी भगती है। आखो सतनाम श्री। सतगुरु जी ने रिजल्ट करके हुणे देता, सानू किसी विवाद पाया ही नहीं। नाल नाल प्रश्न पाए रहे हैं, सतगुरु नाल ही उत्तर दे जाते हैं, नाल ही साडे मन के फुरने फटाफट खत्म करी जाते हैं। कहते सिर्फ भगती है जड़ा तुहाडे नाल थिर रहेगी, हर वक्त रहेगी। इस भगती नू अपने मन विच परो के रखो। जिस तरह माला के मणके होंदे ना, धागा टुट जाता है, फिर असीं सूई धागा लैके उन्होंने परोंदे हाँ, उस तरह इस भगती नू वारी वारी ना एक एक मणके से पिरोना शुरू कर। हर श्वास पे वाहिगुरु 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 इस तरह मतलब जाप करना है, साह दे नाल जपना है, ये तुहाडे काम आएगा। जग रचना सब झूठ है, जान लियो रे मीत।
ਇਹ ਮਿੱਤਰ ਸਤਿਗੁਰੂ ਜੀ ਕਹਿੰਦੇ ਹਨ ਗੁਰੂ ਤੇਗ ਬਹਾਦਰ ਸਾਹਿਬ, ਇਹ ਮਿੱਤਰ ਇਹ ਗੱਲ ਸੱਚੀ ਜਾਣ ਕਿ ਜਗਤ ਦੀ ਸਾਰੀ ਹੀ ਰਚਨਾ ਨਾਸ਼ਵੰਤ ਹੈ। ਜਿੰਨਾ ਮਰਜ਼ੀ ਤੂੰ ਕਹਿ ਲੈ ਕਿ ਇਹ ਵੱਡੇ ਤੋਂ ਵੱਡੇ ਬਿਲਡਿੰਗਸ ਤਿਆਰ ਹੋ ਗਈ ਹੈ, ਵੱਡੇ ਤੋਂ ਵੱਡੇ ਸੜਕਾਂ ਤਿਆਰ ਹੋ ਗਈਆਂ, ਪਰ ਇਹ ਨਾਸ਼ਵੰਤ ਹੈ, ਇਹਦਾ ਅੰਤ ਹੈ। ਇੱਕ ਨਾ ਇੱਕ ਦਿਨ ਇਹ ਰਚਨਾ ਦਾ ਅੰਤ ਹੋ ਜਾਣਾ ਹੈ। ਚਾਹੇ ਜਿੰਨੀ ਮਰਜ਼ੀ ਤਰੱਕੀ ਹੋ ਜਾਏ ਸੰਸਾਰ ਦੀ, ਸਭ ਨਾਸ਼ਵੰਤ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਹ ਨਾਨਕ ਥਿਰ ਨਾ ਰਹੇ ਜਿਉ ਬਾਲੂ ਕੀ ਪੀਤ। ਨਾਨਕ ਜੀ ਆਖਦੇ ਹਨ ਕਿ ਰੇਤ ਦੀ ਕੰਧ ਵਾਂਗ, ਜਿਸ ਤਰ੍ਹਾਂ ਕੋਈ ਰੇਤ ਦੀ ਕੰਧ ਇਕੱਠੀ ਕਰਦਾ ਹੈ, ਉਹਨੂੰ ਲਗਾਉਂਦਾ ਹੈ ਰੇਤ ਨੂੰ। ਜਗਤ ਵਿੱਚ ਕੋਈ ਵੀ ਚੀਜ਼ ਸਦਾ ਕਾਇਮ ਰਹਿਣ ਵਾਲੀ ਨਹੀਂ ਹੈ। ਰੇਤ ਦੀ ਕੰਧ ਨੇ ਅਖੀਰ ਢਹਿਣਾ ਹੀ ਹੈ। ਚਾਹੇ ਉਹਨੂੰ ਹੱਥ ਨਾਲ ਢਾਲੋ ਜੀ, ਚਾਹੇ ਉਹ ਆਂधी ਤੂਫਾਨ, ਕੱਲ ਦੇਖੋ ਝੱਖੜ ਆਏ ਰਾਤ ਸ਼ਾਮ ਵੇਲੇ, ਕਿੰਨੀ ਆਂधी ਆਈ, ਕਿੱਦਾਂ ਉੜ ਉੜ ਕੇ ਚੀਜ਼ਾਂ ਗਿਰਦੀਆਂ ਸੀ, ਪੱਤੇ। ਇਹ ਰੇਤ ਵੀ ਇੰਝ ਹੈ। ਬਾਲੂ ਕੀ ਭੀਤ ਹੈ ਨਾ, ਸੰਸਾਰ ਦੇ ਸੁੱਖ ਵੀ ਇੱਦਾਂ ਹੀ ਹੈ, ਇਹ ਵੀ ਢਹਿ ਜਾਣਗੇ। ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਵਾਰ। ਉਦਾਹਰਨ ਦਿੱਤਾ ਹੈ ਜੀ, ਉਦਾਹਰਨ ਦੇਖ। ਸ਼੍ਰੀ ਰਾਮਚੰਦਰ ਜੀ ਕੂਚ ਕਰ ਗਏ ਹਨ। ਭਗਵਾਨ ਸਨ ਨਾ ਅਯੋਧਿਆ ਦੇ, ਕਹਿੰਦੇ 1000 ਸਾਲ ਤੋਂ ਵੀ ਉੱਪਰ ਉਹਨਾਂ ਦਾ ਰਾਜ ਚੱਲਿਆ। ਮੈਂ ਹੈਰਾਨ ਹੋ ਗਿਆ ਸੁਣ ਕੇ, 1000 ਸਾਲ ਤੋਂ ਵੀ ਉੱਪਰ ਸ਼੍ਰੀ ਰਾਮਚੰਦਰ ਜੀ ਦਾ ਅਯੋਧਿਆਪੁਰੀ ਤੇ ਰਾਜ ਚੱਲਿਆ। ਤ੍ਰੇਤਾ ਯੁੱਧ, ਤ੍ਰੇਤਾ ਯੁੱਗ ਵਿੱਚ ਕਹਿੰਦੇ ਰਾਮਚੰਦਰ ਜੀ ਚਲੇ ਗਏ ਹਨ, ਕੂਚ ਗਏ ਕਰ ਗਏ ਹਨ। ਗੁਰੂ ਤੇਗ ਬਹਾਦਰ ਜੀ ਕਹਿੰਦੇ ਹਨ ਰਾਵਣ ਵੀ ਚਲਾ ਗਿਆ ਹੈ। ਰਾਮ ਵੀ ਚਲਾ ਗਿਆ, ਰਾਵਣ ਵੀ ਨਹੀਂ ਰਿਹਾ। ਰਾਵਣ ਵੀ ਚਲਾ ਵਸਿਆ, ਜਿਸ ਨੂੰ ਵੱਡੇ ਪਰਿਵਾਰ ਵਾਲਾ ਕਿਹਾ ਜਾਂਦਾ ਸੀ। ਰਾਵਣ ਦਾ ਸੁਣਿਆ ਬਹੁਤ ਪਰਿਵਾਰ ਵੱਡਾ ਸੀ, ਕਿੰਨਾ ਵੱਡੇ ਪਰਿਵਾਰ ਵਾਲਾ ਮਾਲਕ ਸੀ। ਸੋਨੇ ਦੀ ਲੰਕਾ ਬਣਾ ਕੇ ਲੈ ਕੇ ਗਿਆ, ਪਰ ਉਹਨੂੰ ਅਖੀਰ ਵਿੱਚ ਗੁਰਬਾਣੀ ਵਿੱਚ ਲਿਖਿਆ ਹੈ ਮੂਰਖ ਰਾਵਣ ਕਿਆ ਲੈ ਗਿਆ। ਮੂਰਖ ਕਹਿਤਾ ਬਾਣੀ। ਕਹੋ ਨਾਨਕ ਥਿਰ ਕਿਛ ਨਹੀਂ ਸੁਪਨੇ ਜਿਉ ਸੰਸਾਰ। ਨਾਨਕ ਜੀ ਆਖਦੇ ਹਨ ਇੱਥੇ ਕੋਈ ਵੀ ਸਦਾ ਕਾਇਮ ਰਹਿਣ ਵਾਲਾ ਪਦਾਰਥ ਨਹੀਂ ਹੈ ਜੀ। ਇਹ ਸੱਚਾਈ ਹੈ, ਸਾਨੂੰ ਮੰਨਣੀ ਪਏਗੀ ਇਹ ਗੱਲ। ਬਾਰ-ਬਾਰ ਕਹੀ ਜਾਂਦੇ ਹਨ, ਇੱਕੋ ਗੱਲ ਨੂੰ ਬਾਰ-ਬਾਰ ਰਿਪੀਟ ਕਰ ਰਹੇ ਹਨ ਗੁਰੂ ਤੇਗ ਬਹਾਦਰ ਸਾਹਿਬ ਕਿ ਸਦਾ ਕਾਇਮ ਵਾਲੀ ਕੋਈ ਵਸਤੂ ਹੈ ਨਹੀਂ ਸੰਸਾਰ। ਇਹ ਜਗਤ ਸੁਪਨੇ ਵਰਗਾ ਹੀ ਹੈ। ਆਪਣੇ ਜਿਸ ਨਾਲ ਅਸੀਂ ਰਾਤ ਨੂੰ ਸੁੱਤੇ ਹਾਂ, ਬੜਾ ਸੁੰਦਰ ਸੁਪਨਾ ਹੈ ਜਾਂ ਭੈੜਾ ਸੁਪਨਾ ਹੈ, ਉਹ ਸੁਪਨਾ ਚਲਾ ਗਿਆ, ਸਵੇਰੇ ਅੱਖਾਂ ਮਲੀਆਂ ਨਹਾਏ ਧੋਏ, ਬਸ ਖਤਮ। ਉਹਦੀ ਬਸ ਇੰਨੀ ਔਕਾਤ ਸੀ ਸੁਪਨੇ ਦੀ, ਖਤਮ ਹੋ ਗਿਆ। ਚਿੰਤਾ ਤਾਂ ਕੀ ਕੀਜੀਐ ਜੋ ਅਨਹੋਣੀ ਹੋਏ। ਹੁਣ ਸਤਿਗੁਰੂ ਜੀ ਥੋੜਾ ਦਿਲਾਸਾ ਦੇ ਰਹੇ ਹਨ ਸਾਨੂੰ ਸਾਰਿਆਂ ਨੂੰ। ਮੌਤ ਆਦਿਕ ਤਾਂ ਉਸ ਘਟਨਾ ਦੀ ਚਿੰਤਾ ਕਰਨੀ ਚਾਹੀਦੀ ਹੈ। ਕਹਿੰਦੇ ਚਿੰਤਾ ਤਾਂ ਕਰੀਏ ਜਿਹੜੀ ਕਦੇ ਵਾਪਰਨ ਵਾਲੀ ਨਾ ਹੋਵੇ, ਤਾਂ ਚਿੰਤਾ ਕਰੀਏ। ਜੇ ਹੋਣਾ ਹੀ ਨਹੀਂ, ਜੇ ਮੌਤ ਆਣੀ ਨਹੀਂ, ਤਾਂ ਤੇ ਚਿੰਤਾ ਟੈਨਸ਼ਨ ਲਾਈਏ ਅਸੀਂ ਆਪਣੇ ਦਿਮਾਗ ਨੂੰ। ਜਦ ਹੋਣਾ ਹੀ ਹੈ, ਸਭ ਨੂੰ ਪਤਾ ਹੀ ਹੈ, ਇਹ ਸੱਚਾਈ ਹੈ, ਨਾਸ਼ਵੰਤ ਹੈ ਸੰਸਾਰ, ਤਾਂ ਚਿੰਤਾ ਕਰੀਏ। ਫਿਰ ਚਿੰਤਾ ਕਰਨ ਦਾ ਕੋਈ ਲਾਭ ਨਹੀਂ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। यो मार्ग संसार को नानक थिर नहीं कोए। हे नानक, जगत दी तां चाल ही ये है, जिहड़ी चाली है ना जगत की, यही है। इसी तरह वो चलता है जगत। इत्थे कोई जीव भी सदा कायम रहने वाला नहीं है। इत्थे कोई भी जीव, कोई दस दो मैनू, कोई दस दो कि ये बंदा हजे तक जिंदा है संसार में। कोई नहीं, कोई जीव नहीं है। जो उपजियो सो बिनस है,
ਪਰੋ ਆਜ ਕਾ ਕਾਲ। ਜਗਤ ਵਿੱਚ ਤਾਂ ਜਿਹੜਾ ਵੀ ਜੰਮਿਆ ਹੈ ਉਹ ਜ਼ਰੂਰ ਨਾਸ਼ ਹੋ ਜਾਏਗਾ। ਸਤਿਗੁਰੂ ਜੀ ਜਵਾਬ ਦੇ ਰਹੇ ਹਨ ਕਿ ਉਹਨੇ ਮਰ ਜਾਣਾ ਹੈ ਜਿੰਨੇ ਪੈਦਾ ਹੋਇਆ। ਹਰ ਕੋਈ ਇੱਥੇ ਅੱਜ ਜਾਂ ਭਲਕੇ ਕੂਚ ਕਰ ਜਾਣ ਵਾਲਾ ਹੈ। ਅੱਜ ਮਰੇਗਾ ਜਾਂ ਕੱਲ ਮਰੇਗਾ, ਉਹਨੇ ਕੂਚ ਕਰ ਜਾਣਾ ਹੈ ਜੀ। ਨਾਨਕ ਹਰ ਗੁਣ ਗਾਏ ਲੈ, ਛਾੜ ਸਗਲ ਜੰਜਾਲ। ਇਹ ਨਾਨਕ, ਇਸ ਵਾਸਤੇ ਮਾਇਆ ਦੇ ਮੋਹ ਦੀਆਂ ਸਾਰੀਆਂ ਫਾਹੀਆਂ ਲਾ ਕੇ ਪਰਮਾਤਮਾ ਦੇ ਗੁਣ ਗਾਇਆ ਕਰੋ ਜੀ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇੱਥੇ ਸਮਾਪਤੀ ਕੀਤੀ। ਸਤਿਗੁਰੂ ਜੀ ਨੇ ਕਿਹਾ ਕਿ ਫਾਹੀਆਂ ਲਾ ਦੋ ਮਾਇਆ ਦੀ, ਉਹਦੇ ਗੁਣ ਗਾਓ, ਸਿਰਫ ਗੁਣ ਗਾਓ। ਦੋਹਰਾ ਬਲ ਛੁਟ ਕਿਉ ਬੰਧਨ ਪਰੇ, ਕਛੂ ਨਾ ਹੋਤ ਉਪਾਏ। ਪ੍ਰਭੂ ਦੇ ਨਾਮ ਤੋਂ ਵਿਛੜ ਕੇ ਜਦੋਂ ਮਾਇਆ ਦੇ ਮੋਹ ਦੀਆਂ ਫਾਹੀਆਂ ਮਨੁੱਖ ਨੂੰ ਆ ਪੈਂਦੀਆਂ ਹਨ, ਉਹਨਾਂ ਫਾਹੀਆਂ ਨੂੰ ਕੱਟਣ ਲਈ ਮਨੁੱਖ ਦੇ ਅੰਦਰੋਂ ਆਤਮਕ ਤਾਕਤ ਮੁੱਕ ਜਾਂਦੀ ਹੈ। ਉਹਦੀ ਆਤਮਾ ਕਮਜ਼ੋਰ ਹੋ ਜਾਂਦੀ ਹੈ, ਕਿਉਂਕਿ ਮਾਇਆ ਨਾਲ ਲੁੱਝ ਕੇ ਮਾਇਆ ਦਾ ਟਾਕਰਾ ਕਰਨ ਲਈ ਮਨੁੱਖ ਪਾਸੋਂ ਕੋਈ ਵੀ ਹੀਲਾ ਨਹੀਂ ਕੀਤਾ ਜਾ ਸਕਦਾ। ਉਹਦਾ ਟਾਕਰਾ ਕਰਨਾ ਬਹੁਤ ਔਖਾ ਹੈ। ਮਾਇਆ ਦਾ ਹੀਲਾ ਨਹੀਂ ਹੋ ਪਾਉਂਦਾ ਮਨੁੱਖ ਕੋਲ। ਕਹੋ ਨਾਨਕ ਅਬ ਓਟ ਹਰ ਗਜ ਜਿਉ ਹੋ ਸਾਏ। ਨਾਨਕ ਜੀ ਆਖਦੇ ਹਨ, ਹੇ ਹਰੀ, ਇਹੋ ਜਿਉ ਵੇਲੇ, ਜਦੋਂ ਇਹੋ ਜਿਹਾ ਵੇਲਾ ਆ ਜਾਏ ਨਾ ਸਾਡੇ ਉੱਪਰ, ਜਦੋਂ ਅਸੀਂ ਹਾਰ ਜਾਈਏ, ਹੁਣ ਤੇਰਾ ਹੀ ਆਸਰਾ ਹੈ, ਹੋਰ ਕਿਸੇ ਦਾ ਆਸਰਾ ਨਹੀਂ ਹੈ ਸਾਨੂੰ। ਜਿਵੇਂ ਤੂੰ ਤੇਂਦੂਏ ਤੋਂ ਛੁਡਾਉਣ ਲਈ ਹਾਥੀ ਦਾ ਸਾਈ ਬਣਿਆ ਸੀ। ਕਹਿੰਦੇ ਇੱਕ ਵਾਰੀ ਨਾ ਹਾਥੀ ਨੂੰ ਨਾ ਤੇਂਦੂਏ ਨੇ ਫੜ ਲਿਆ ਸੀ ਜਲ ਦੇ ਨਦੀ ਦੇ ਵਿੱਚ। ਹਾਥੀ ਘਬਰਾ ਗਿਆ, ਉਹਨੂੰ ਖਿੱਚ ਕੇ ਨਾ ਤੇਂਦੂਆ ਇਹ ਅੰਦਰ ਲੈ ਕੇ ਜਾ ਰਹੀ ਹੈ, ਡੁਬੋ ਰਿਹਾ, ਭਾਰੀ ਵੈਸੀ ਸਰੀਰ ਹੁੰਦਾ ਹੈ, ਉਹਦੀ ਟੰਗ ਫੜ ਕੇ ਅੰਦਰ ਲੈ ਕੇ ਜਾ ਰਿਹਾ ਹੈ ਚੀਤਾ। ਹੁਣ ਉਹ ਹਾਥੀ ਨੇ ਨਾ ਪੁਕਾਰ ਕੀਤੀ ਰੱਬ ਅੱਗੇ, ਵਿਚਾਰਾ ਕਹਿੰਦਾ ਮਹਾਰਾਜ ਬਚਾ ਲਓ ਮੈਨੂੰ ਇਸ ਤੇਂਦੂਏ ਤੋਂ, ਮੈਂ ਤੇ ਮਰਨ ਲੱਗਿਆ। ਹਾਥੀ ਨੂੰ ਕੁਛ ਨਹੀਂ ਮਿਲਿਆ। ਉਹ ਕੋਲ ਨਾ ਨਦੀ ਵਿੱਚ ਫੁੱਲ ਵਹਿ ਰਿਹਾ ਸੀ, ਫੁੱਲ। ਉਹਨੇ ਫੁੱਲ ਹੀ ਸੁੰਡ ਨਾਲ ਚੱਕ ਕੇ ਨਾ ਭੇਟਾ ਅਰਪਣ ਕਰਤਾ। ਉਹ ਕਹਿੰਦੇ ਹਨ ਉਸੀ ਵਕਤ ਨਾ ਹਾਥੀ ਬਚ ਗਿਆ ਜੀ। ਤੇਂਦੂਆ ਪਤਾ ਨਹੀਂ ਕਿੱਥੇ ਛੱਡ ਗਿਆ ਉਹਨੂੰ। ਸਾਰੀ ਹਾਥੀ ਦੀ ਜਿਹੜੀ ਬੇੜੀਆਂ ਸੀ ਸਭ ਟੁੱਟ ਗਈਆਂ, ਸਭ ਕੁਝ ਉਹਦਾ ਠੀਕ ਹੋ ਗਿਆ। ਹਾਥੀ ਬਚ ਕੇ ਬਾਹਰ ਆ ਗਿਆ। ਉਹਦਾ ਗੁਰਬਾਣੀ ਵਿੱਚ ਇੱਧਰ ਐਗਜ਼ਾਮਪਲ ਦਿੱਤਾ ਹੈ, ਤੇਂਦੂਏ ਤੋਂ ਛੁਡਾਉਣ ਲਈ ਹਾਥੀ ਦਾ ਸਹਾਈ ਬਣਿਆ ਸੀ। ਤਿਵੇਂ ਸਹਾਈ ਬਣ ਸਾਡਾ ਮਹਾਰਾਜ, ਉਵੇਂ ਹੀ ਹਾਥੀ ਅਕਨ ਸਾਡੀ ਵੀ ਰੱਖਿਆ ਕਰੋ। ਭਾਵ ਮਾਇਆ ਦੇ ਮੋਹ ਤੋਂ, ਬੰਧਨਾਂ ਤੋਂ ਖਲਾਸੀ ਹਾਸਲ ਕਰਨ ਲਈ ਪਰਮਾਤਮਾ ਦੇ ਦਰ ਤੇ ਅਰਦਾਸ, ਜੋ ਅਰਦਾਸ ਤੇਂਦੂਏ ਨੇ ਕੀਤੀ ਸੀ, ਉਹੀ ਅਰਦਾਸ ਸਾਨੂੰ ਕਰਨੀ ਚਾਹੀਦੀ ਹੈ। ਇੱਕੋ ਹੀ ਵਸੀਲਾ ਹੈ। ਜੀ ਕੀ ਬਿਰਥਾ ਹੋਏ ਗੁਰ ਪੇ ਅਰਦਾਸ ਕਰ। ਇਹ ਸ਼ਬਦ ਪੜ੍ਹਦੇ ਹੋ ਨਾ, ਜੀ ਕੀ ਬਿਰਥਾ ਹੋਏ ਗੁਰ ਪੇ ਅਰਦਾਸ ਕਰ। ਅਰਦਾਸ ਕਰਨਾ ਸਾਡਾ ਫਰਜ਼ ਹੈ, ਰੋਜ਼ਾਨਾ ਕਰਿਆ ਕਰੋ। ਬਲ ਹੋਆ ਬੰਧਨ ਛੁਟੇ ਸਭ ਕਿਛ ਹੋਤ ਉਪਾਏ। ਜਦੋਂ ਮਨੁੱਖ ਪ੍ਰਭੂ ਦੇ ਦਰ ਦੇ ਡਿੱਗਦਾ ਹੈ ਜੀ, ਮੰਗਤਾ ਬਣ ਕੇ ਡਿੱਗਦਾ ਹੈ, ਤਾਂ ਮਾਇਆ ਦਾ ਟਾਕਰਾ ਕਰਨ ਲਈ ਉਸ ਦੇ ਅੰਦਰ ਆਤਮਿਕ ਬਲ ਪੈਦਾ ਹੋ ਜਾਂਦਾ ਹੈ। ਜਦੋਂ ਡਿੱਗੋਗੇ ਨਾ, ਫਿਰ ਤੁਹਾਡੇ ਅੰਦਰ ਉਹ ਸ਼ਕਤੀ ਆਏਗੀ, ਉਹ ਸ਼ਕਤੀ ਅੰਦਰੋਂ ਪੈਦਾ ਹੋਏਗੀ ਜਿਹੜੀ ਮਾਇਆ ਨੂੰ ਹਰਾ ਸਕਦੀ ਹੈ। ਮਾਇਆ ਦੇ ਮੋਹ ਦਾ ਬੰਧਨ ਟੁੱਟ ਜਾਣਗੇ, ਤੁਹਾਡੇ ਸਾਰੇ ਮਾਇਆ ਵੱਲੋਂ ਖਲਾਸੀ ਹੋ ਜਾਏਗੀ। ਮਾਇਆ ਦੇ ਵਿੱਚ ਰਹੋਗੇ ਪਰ ਤੁਹਾਡਾ ਮੋਹ ਨਹੀਂ ਆਏਗਾ, ਮਾਇਆ ਵਿੱਚ ਧਿਆਨ ਨਹੀਂ ਜਾਏਗਾ, ਬਾਰ-ਬਾਰ ਬੰਧਨ ਟੁੱਟ ਜਾਣਗੇ। ਮੋਹ ਦਾ ਟਾਕਰਾ ਕਰਨ ਲਈ ਹਰੇਕ ਹੀਲਾ ਸਫਲ ਹੋ ਸਕਦਾ ਹੈ। ਇਸ ਤਰੀਕੇ ਨਾਲ ਅਰਦਾਸ ਨਾਲ ਤੁਹਾਡਾ ਜਿਹੜਾ ਹੀਲਾ ਹੈ ਨਾ, ਜੋ ਅਰਦਾਸ ਜੋ ਸੰਗਤ ਕਰੇ, ਮਨੁੱਖ ਆਪ ਕਰੇ, ਗੁਰੂ ਗ੍ਰੰਥ ਸਾਹਿਬ ਜੀ ਅੱਗੇ ਖਲੋ ਕੇ ਅੰਮ੍ਰਿਤ ਵੇਲੇ ਅਰਦਾਸ ਕਰੇ, ਹੇ ਮਹਾਰਾਜ
सानू सोझी नहीं, सानू ज्ञान नहीं, असी तो संसार विच तेरे कहे ते आ गए हाँ। हुण सानू की पता कि माया दे नाल चिंबड़ना है कि माया तो बाहर आना। ये सब तुहाडी समर्थया है। तुसी ज्ञान बख्शो, तुसी कड्डो, अपने बच्चों की रखिया करो, सानू मोह च ना पाओ। ये तुहाडी ही है, तुहाडी गल तुसी जानो। सतगुरु नूं अपना सरेंडर कर दो, डिग पो सतगुरु अगे अपना आपा भाव सरेंडर कर दो। नानक सब किछ तुमरे हाथ में, तुम ही हो तसाए। सोहे नानक आखदे हन, हे प्रभु सब कुछ तेरे हाथ विच है। तेरी पैदा की हुई माया भी तेरे ही अधीन है। वो तेरा कहना मंदी है, साडा कहना नहीं मंदी माया। वो तू ही पैदा की है संसार च, वो तेरे ही अधीन है। इस तो बचन लई तू ही साडी मदद कर सकता है, और कोई नहीं कर सकता। आखो सतनाम श्री वाहिगुरू। दोबारा बोलो सतनाम श्री वाहिगुरू, सतनाम श्री वाहिगुरू। साडी मदद करो महाराज, अरजोई है। संग सखा सब तज गए, कौ न निभ्यो साथ। जदों अंत वेले सारे साथी संगी छड़ जाणगे, सानू छड़ जांदे हन, कोई साडी पुकार नहीं सुनदा उस वेले। जदों कोई भी साथ नहीं निभदा ते ना निभ सकदा है, कहो नानक ए विपत मैं टेक एक रघुनाथ। नानक दी आखदे हन उस इकल्ले मुसीबत वेले दी सिर्फ परमात्मा दा ही सहारा हुंदा। उत्थे नाम ने सहायता करनी। जिथे कोई तेरा संगी साथी नहीं पहुंचता, उत्थे जम्मा दे कोल भी नाम ने सहायता करनी है। उस वेले परमात्मा दा ही सहारा है। सो सदा परमात्मा दा नाम सिमरिया करो। आखो सतनाम श्री वाहिगुरू। नाम रहो साधु रहो, रहो गुरु गोबिंद। अंत वेले भी परमात्मा दा नाम जीव दे नाल रहिंदा है। बाणी दे रूप विच गुरु उस दे नाल रहिंदे हन। अकाल पुरख उस दे नाल हन। नान गुरु मेरे संग सदा है नाल। देखो हुण सारी गल्लां कह के हुण गुरु तेग बहादुर जी सहारा दे रहे हैं, जवाब दे रहे हैं कि घबराना, घबराना। एक है रस्ता जिहदे नाल तेरी सहायता हो सकती, वो नाम है। नाम दे उपर लेके आ रहे सतगुरु। कहो नानक ए जगत मैं, किन जपियो गुरमंत। नानक जी आखदे हैं इस दुनिया विच जिस किसी मनुख ने हर नाम सिमरन वाला गुरु का उपदेश अपने अंदर सदा वसाया है। हुण उपदेश ही हो रहा ना, ये असी अपनी मत थोड़ा ना कर रहे हैं, यह तो बाणी की विचार चल रही है। यह कोई असी अपनी गल्लां थोड़ा ना सुना रहे हैं तुहानूं। ये तो जो गुरबाणी कह रही है उसकी विचार चल रही है। और सतगुर कहते जो अपने अंदर वसा लेगा इस उपदेश नूं, इस गल नूं अंदर वसा लेगा ते नाम जपेगा, उसके अंत वेले ये सहाई बनेगा, नाम सहायता करेगा। राम नाम उर मैं गयो, जाकै सम नहीं कोए। हे प्रभु, जिस मनुख ने तेरा वो नाम अपने हृदय विच वसाया है, जिस दे बराबर का और कोई नहीं है, जिन्हें नाम वसा लिया ना, उस दे बराबर कोई भी नहीं है संसार में, कोई भी नहीं है। कोई भी कहे मैं इस तो तगड़ा नहीं, नाम जपण वाला वड्डा है, सब तो वड्डा। जय सिमरत संकट मिटाए, दर्श तुहारो होए। अते जिसनों सिमरिया हरेक दुख कलेश दूर हो जाते हैं। जड़े असी कहने ना साडे दुख दूर हो जाए, साडे मन दे कलेश लड़ाई झगड़े मुक जान, वो सतगुर कहते दूर हो जाते हैं।
ਉਸ ਮਨੁੱਖ ਨੂੰ ਤੇਰਾ ਦਰਸ਼ਨ ਵੀ ਹੋ ਜਾਂਦਾ ਹੈ। ਹੋਰ ਤੇ ਹੋਰ ਦੁੱਖ ਕਲੇਸ਼ ਤੇ ਦੂਰ ਹੋਣਗੇ, ਨਾਲ ਗੁਰੂ ਜੀ ਦੇ ਵੱਡੇ ਭਾਗਾਂ ਵਾਲੇ ਦਰਸ਼ਨ ਤੁਹਾਡੇ ਆਤਮਿਕ ਜੀਵਨ ਅੰਦਰ ਪ੍ਰਾਪਤੀ ਹੋਏਗੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਆਓ ਇਹ ਸੁੰਦਰ ਕਥਾ ਜੋ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ਲੋਕ ਮਹੱਲਾ 9 ਜੀ ਦੀ ਸਤਿਗੁਰੂ ਜੀ ਨੇ ਆਪ ਹੀ ਛਟੀ ਰੱਖ ਕੇ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਜੀ ਨੇ ਆਪ ਲਈ ਮੂਰਖ ਦਇਆ ਕੀਤੀ ਹੈ। ਸਤਿਗੁਰੂ ਨੇ ਤਰਸ ਕੀਤਾ ਹੈ, ਜੋ ਸਾਨੂੰ ਇਹ ਸੋਝੀ ਬਖਸ਼ੀ ਹੈ ਕਿ ਇਹ ਕਥਾ ਕਰੋ, ਇਹ ਕਥਾ ਵਰਤਾਓ, ਕਿਉਂਕਿ ਬਾਣੀ ਦੀ ਵਿਚਾਰ ਉੱਤਮ ਹੈ, ਇਹ ਜੀਵਨ ਨੂੰ ਬਦਲ ਦਿੰਦੀ ਹੈ। ਆਓ ਅੱਗੋਂ ਵੀ ਉਪਰਾਲੇ ਇਸ ਤਰ੍ਹਾਂ ਸਤਿਗੁਰੂ ਜੀ ਕਰਦੇ ਰਹਿੰਦੇ ਨੇ, ਆਪ ਹੀ ਸਹਾਈ ਹੋਣ। ਆਓ ਸਿਮਰਨ ਕਰਕੇ ਸਮਾਪਤੀ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਧੰਨ ਗੁਰੂ ਕਲਗੀਆਂ ਵਾਲੇ ਜੀ, ਧੰਨ ਗੁਰੂ ਬਾਜਾਂ ਵਾਲੇ ਜੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਧੰਨ ਗੁਰੂ ਕਲਗੀਆਂ ਵਾਲੇ ਜੀ, ਧੰਨ ਗੁਰੂ ਬਾਜਾਂ ਵਾਲੇ ਜੀ। ਧੰਨ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਨਾਨਕ ਦੇਵ ਜੀ। ਧੰਨ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਨਾਨਕ ਦੇਵ ਜੀ। ਧੰਨ ਗੁਰੂ ਤੇਗ ਬਹਾਦਰ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ। ਧੰਨ ਗੁਰੂ ਤੇਗ ਬਹਾਦਰ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ,